ਮੈਂ ਅੱਜ ਤੋਂ 5 ਸਾਲ ਪਹਿਲਾਂ ਇਨਵੈਸਟਿੰਗ ਸ਼ੁਰੂ ਕੀਤੀ ਸੀ ਸ਼ੇਅਰ ਮਾਰਕੀਟ ਦੇ ਵਿੱਚ, ਤੇ ਅੱਜ ਤੋਂ 3 ਸਾਲ ਪਹਿਲਾਂ ਮੈਨੂੰ ਮੇਰਾ ਇੱਕ ਦੋਸਤ ਮਿਲਿਆ ਜੋ ਕਿ ਸੀਏ ਹੈ। ਜਿੱਦਾਂ ਹੀ ਮੈਂ ਉਹਨੂੰ ਆਪਣੀ ਇਨਵੈਸਟਿੰਗ ਬਾਰੇ ਦੱਸਿਆ, ਉਹਨੇ ਸਵਾਲ ਤੇ ਸਵਾਲ ਪੁੱਛਣੇ ਸ਼ੁਰੂ ਕਰਤੇ। ਤੂੰ ਆਪਣੇ ਲਾਸ ਪ੍ਰੋਫਿਟ ਨੂੰ ਟੈਕਸਿਸ ਦੇ ਵਿੱਚ ਕਿੱਦਾਂ ਡਿਕਲੇਅਰ ਕਰਦਾ ਹੈ? ਤੂੰ ਆਪਣਾ ਸਪੈਕੂਲੇਟਿਵ ਨਾਨ ਸਪੈਕੂਲੇਟਿਵ ਇਨਕਮ ਅਲੱਗ-ਅਲੱਗ ਸ਼ੋ ਕਰਦਾ ਵੀ ਹੈ ਜਾਂ ਨਹੀਂ? ਉਸ ਮੀਟਿੰਗ 'ਚ ਤਾਂ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਬਚ ਕੇ ਨਿਕਲ ਗਿਆ, ਬਟ ਬਾਅਦ 'ਚ ਮੈਨੂੰ ਰਿਅਲਾਈਜ਼ ਹੋਇਆ ਕਿ ਇਨਵੈਸਟਿੰਗ ਤਾਂ ਸ਼ੁਰੂ ਕਰਤੀ ਹੈ, ਬਟ ਕਿਤੇ ਨਾ ਕਿਤੇ ਟੈਕਸਿਸ ਬਾਰੇ ਤਾਂ ਸੋਚਿਆ ਹੀ ਨਹੀਂ। ਹਾਲਾਂਕਿ ਮੈਨੂੰ ਇਹ ਵੀ ਪਤਾ ਸੀ ਕਿ ਕਿਸੇ ਪ੍ਰੋਫੈਸ਼ਨਲ ਸੀਏ ਕੋਲ ਨਹੀਂ ਜਾਣਾ, ਕਿਉਂਕਿ ਉਹਨਾਂ ਦੀ ਕੈਲਕੂਲੇਸ਼ਨ, ਉਹਨਾਂ ਦੀਆਂ ਟਰਮਸ ਮੇਰੇ ਵੱਸ ਦੀ ਗੱਲ ਨਹੀਂ। ਸੋ ਐਟ ਦਾ ਐਂਡ ਇਹੀ ਡਿਸੀਜਨ ਬਣਿਆ ਕਿ ਇਹਨਾਂ ਚੀਜ਼ਾਂ ਨੂੰ ਹੌਲੀ-ਹੌਲੀ ਖੁਦ ਹੀ ਸਿੱਖਣਾ ਪੈਣਾ, ਤਾਂ ਕਿ ਕੋਈ ਵੀ ਬੇਵਕੂਫ ਨਾ ਬਣਾ ਸਕੇ। ਸੋ ਮੈਂ ਸੋਚਿਆ ਤੁਹਾਡੇ ਵਿੱਚ ਵੀ ਮੇਰੇ ਵਰਗੇ ਕਾਫੀ ਲੋਕ ਹੋਣਗੇ ਜਿਨ੍ਹਾਂ ਨੇ ਇਨਵੈਸਟਿੰਗ ਤਾਂ ਸ਼ੁਰੂ ਕਰਤੀ ਹੈ, ਬਟ ਕਿਤੇ ਨਾ ਕਿਤੇ ਟੈਕਸਿਸ ਬਾਰੇ ਹਜੇ ਨਹੀਂ ਸੋਚਿਆ ਹੋਏਗਾ। ਸੋ ਡੋਂਟ ਵਰੀ, ਮੈਂ ਜਿੰਨੀ ਵੀ ਰਿਸਰਚ ਕੀਤੀ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਪਲੇਨ ਤੇ ਸਿੰਪਲ ਲੈਂਗੁਏਜ ਦੇ ਵਿੱਚ ਦੇਖਣ ਨੂੰ ਮਿਲੇਗੀ। ਤਾਂ ਚਲੋ ਦੇਖਦੇ ਹਾਂ ਕਿ ਟੈਕਸਿਸ ਇਨਵੈਸਟਰ ਦੇ ਲਈ ਤੇ ਟਰੇਡਰ ਦੇ ਲਈ ਅਲੱਗ-ਅਲੱਗ ਕਿਵੇਂ ਕੈਲਕੂਲੇਟ ਹੁੰਦੇ ਨੇ। ਹਾਲਾਂਕਿ ਇਹਨਾਂ ਦੋਨਾਂ ਦੇ ਵਿੱਚ ਦਾ ਡਿਫਰੈਂਸ ਜ਼ਿਆਦਾ ਕਲੀਅਰ ਨਹੀਂ ਹੁੰਦਾ, ਬਟ ਜੇਕਰ ਤੁਸੀਂ ਆਪਣੇ ਮਿਊਚੁਅਲ ਫੰਡਸ ਜਾਂ ਫਿਰ ਸ਼ੇਅਰ ਆਪਣੇ ਡੀਮੈਟ ਅਕਾਊਂਟ ਦੇ ਵਿੱਚ ਹੋਲਡ ਕਰਕੇ ਰੱਖਦੇ ਹੋ ਤਾਂ ਤੁਸੀਂ ਇਨਵੈਸਟਰ ਹੋ, ਤੇ ਦੂਸਰੀ ਸਾਈਡ ਜੇਕਰ ਤੁਸੀਂ ਇੰਟਰਾਡੇ, ਫਿਊਚਰ ਜਾਂ ਫਿਰ ਆਪਸ਼ਨਸ ਦੇ ਵਿੱਚ ਡੀਲ ਕਰਦੇ ਹੋ ਤਾਂ ਤੁਸੀਂ ਟਰੇਡਰ ਹੋ। ਪਹਿਲਾਂ ਦੇਖਦੇ ਹਾਂ ਕਿ ਇਨਵੈਸਟਰਸ ਦੇ ਲਈ ਟੈਕਸੇਸ਼ਨ ਸਿਸਟਮ ਕਿਸ ਤਰੀਕੇ ਨਾਲ ਕੰਮ ਕਰਦਾ ਹੈ। ਜਿੱਦਾਂ ਕਿ ਪਹਿਲਾਂ ਵੀ ਦੱਸਿਆ ਵੀ ਜੇਕਰ ਤੁਸੀਂ ਕੋਈ ਸਟਾਕ ਖਰੀਦਦੇ ਹੋ ਤੇ ਉਹ ਸਟਾਕ ਤੁਹਾਡੇ ਡੀਮੈਟ ਅਕਾਊਂਟ ਦੇ ਵਿੱਚ ਡਿਲੀਵਰ ਹੁੰਦਾ ਤਾਂ ਇਹਨੂੰ ਡਿਲੀਵਰੀ ਬੇਸਡ ਟ੍ਰਾਂਜੈਕਸ਼ਨ ਕਿਹਾ ਜਾਂਦਾ ਹੈ। ਜੋ ਪਰਸਨ ਉਸ ਸਟਾਕ ਨੂੰ ਆਪਣੇ ਡੀਮੈਟ ਅਕਾਊਂਟ ਦੇ ਵਿੱਚ ਡਿਲੀਵਰ ਕਰਵਾਉਂਦਾ ਉਹਨੂੰ ਇਨਵੈਸਟਰ ਕਿਹਾ ਜਾਂਦਾ ਹੈ। ਡਿਲੀਵਰੀ ਟ੍ਰਾਂਜੈਕਸ਼ਨ ਦੇ ਵਿੱਚ ਟੈਕਸਿਸ ਨੂੰ ਕੈਪੀਟਲ ਗੇਨਸ ਕਿਹਾ ਜਾਂਦਾ ਹੈ। ਇੱਥੇ ਤੁਹਾਨੂੰ ਸ਼ਾਰਟ ਟਰਮ ਕੈਪੀਟਲ ਗੇਨ ਜਾਂ ਫਿਰ ਲੌਂਗ ਟਰਮ ਕੈਪੀਟਲ ਗੇਨ ਦੇਣਾ ਪੈਂਦਾ ਹੈ। ਹੁਣ ਸ਼ਾਰਟ ਟਰਮ ਕੈਪੀਟਲ ਗੇਨ ਤੇ ਲੌਂਗ ਟਰਮ ਕੈਪੀਟਲ ਗੇਨ ਕਿਸ ਤਰੀਕੇ ਨਾਲ ਡਿਸਾਈਡ ਕੀਤਾ ਜਾਂਦਾ ਹੈ? ਤੁਹਾਨੂੰ ਲੈਫਟ ਸਾਈਡ ਤੇ ਸ਼ਾਰਟ ਟਰਮ ਕੈਪੀਟਲ ਗੇਨ ਤੇ ਰਾਈਟ ਸਾਈਡ ਤੇ ਲੌਂਗ ਟਰਮ ਕੈਪੀਟਲ ਗੇਨ ਦਿਖ ਰਹੇ ਹੋਣਗੇ। ਜੇਕਰ ਤੁਸੀਂ ਕੋਈ ਵੀ ਸਟਾਕ 1 ਸਾਲ ਤੋਂ ਘੱਟ ਹੋਲਡ ਕਰਕੇ ਰੱਖਦੇ ਹੋ ਤਾਂ ਉਸ ਦੇ ਪ੍ਰੋਫਿਟ ਤੇ ਤੁਹਾਨੂੰ ਸ਼ਾਰਟ ਟਰਮ ਕੈਪੀਟਲ ਗੇਨ ਦੇਣਾ ਪੈਂਦਾ। ਜੇਕਰ ਕੋਈ ਵੀ ਸਟਾਕ 1 ਸਾਲ ਤੋਂ ਜ਼ਿਆਦਾ ਹੋਲਡ ਕਰਕੇ ਰੱਖੋਗੇ ਤਾਂ ਉਸ ਪ੍ਰੋਫਿਟ ਤੇ ਤੁਹਾਨੂੰ ਲੌਂਗ ਟਰਮ ਕੈਪੀਟਲ ਗੇਨ ਦੇਣਾ ਪਏਗਾ। ਪ੍ਰੋਫਿਟ ਜੇਕਰ 1 ਲੱਖ ਤੋਂ ਜ਼ਿਆਦਾ ਹੈ ਤਾਂ ਉਹ ਜਿੰਨਾ ਵੀ ਜ਼ਿਆਦਾ ਹੋਏਗਾ ਉਸ ਤੇ ਤੁਹਾਨੂੰ 10% ਲੌਂਗ ਟਰਮ ਕੈਪੀਟਲ ਗੇਨ ਦੇਣਾ ਪਏਗਾ। ਜੇਕਰ ਪ੍ਰੋਫਿਟ 1 ਲੱਖ ਤੋਂ ਘੱਟ ਹੈ ਤਾਂ ਉਸ ਤੇ ਤੁਹਾਨੂੰ 0 ਲੌਂਗ ਟਰਮ ਕੈਪੀਟਲ ਗੇਨ ਦੇਣਾ ਪਏਗਾ। ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਇਹ ਸਿਰਫ ਇਕੁਇਟੀ ਟ੍ਰਾਂਜੈਕਸ਼ਨ ਲਈ ਹੁੰਦਾ ਹੈ। ਡੈਟ ਟ੍ਰਾਂਜੈਕਸ਼ਨ ਲਈ ਪ੍ਰੋਸੈਸ ਥੋੜਾ ਅਲੱਗ ਹੁੰਦਾ ਹੈ। ਹਾਈਬ੍ਰਿਡ ਫੰਡਸ ਦੇ ਵਿੱਚ ਵੀ ਜੇਕਰ 65% ਤੋਂ ਜ਼ਿਆਦਾ ਇਕੁਇਟੀ ਇਨਵੈਸਟਮੈਂਟ ਹੈ ਤਾਂ ਇਹਨੂੰ ਇਕੁਇਟੀ ਫੰਡਸ ਹੀ ਕਿਹਾ ਜਾਂਦਾ ਹੈ, ਤੇ ਟੈਕਸਿਸ ਵੀ ਇਸੇ ਤਰੀਕੇ ਨਾਲ ਹੀ ਐਪਲੀਕੇਬਲ ਹੁੰਦੇ ਨੇ। ਹੁਣ ਦੇਖਦੇ ਹਾਂ ਕਿ ਡੈਟ ਟ੍ਰਾਂਜੈਕਸ਼ਨ ਲਈ ਕੈਪੀਟਲ ਗੇਨਸ ਕਿਵੇਂ ਲੱਗਦੇ ਨੇ। ਇਸ ਦੇ ਵਿੱਚ ਤੁਹਾਨੂੰ 3 ਸਾਲ ਦੀ ਕੱਟ ਆਫ ਦੇਖਣ ਨੂੰ ਮਿਲੇਗੀ, ਜੋ ਕਿ ਇਕੁਇਟੀ ਦੇ ਵਿੱਚ ਸਿਰਫ 1 ਸਾਲ ਦੀ ਸੀ। ਜੇਕਰ ਤੁਸੀਂ 3 ਸਾਲ ਤੋਂ ਪਹਿਲਾਂ ਵੇਚਦੇ ਹੋ ਤਾਂ ਤੁਹਾਡੀ ਡੈਟ ਫੰਡਸ ਦੀ ਇਨਕਮ ਨੂੰ ਤੁਹਾਨੂੰ ਨਾਰਮਲ ਇਨਕਮ ਦੇ ਨਾਲ ਮਿਲਾਉਣਾ ਪਏਗਾ, ਤੇ ਇਨਕਮ ਟੈਕਸ ਵੀ ਨਾਰਮਲ ਟੈਕਸ ਸਲੈਬ ਦੇ ਹਿਸਾਬ ਨਾਲ ਹੀ ਦੇਣਾ ਪਏਗਾ। ਜੇਕਰ ਤੁਸੀਂ 3 ਸਾਲ ਤੋਂ ਜ਼ਿਆਦਾ ਹੋਲਡ ਕਰਕੇ ਰੱਖਦੇ ਹੋ ਤਾਂ ਤੁਹਾਨੂੰ ਲੌਂਗ ਟਰਮ ਕੈਪੀਟਲ ਗੇਨ ਦੇਣਾ ਪਏਗਾ, ਉਹ ਵੀ 20%, ਤੇ ਇੰਡੈਕਸੇਸ਼ਨ ਬੈਨੀਫਿਟਸ ਦੇ ਨਾਲ। ਹੁਣ ਇਹ ਇੰਡੈਕਸੇਸ਼ਨ ਬੈਨੀਫਿਟਸ ਅਸਲ ਦੇ ਵਿੱਚ ਹੁੰਦਾ ਕੀ ਹੈ? ਹੁਣ ਇਹ ਗੱਲ ਤਾਂ ਸਾਨੂੰ ਸਭ ਨੂੰ ਪਤਾ ਕਿ ਸਾਡੇ ਜਿੰਨੇ ਵੀ ਪ੍ਰੋਫਿਟ ਹੁੰਦੇ ਨੇ ਉਹਨਾਂ ਵਿੱਚੋਂ ਅੱਧੇ ਤੋਂ ਜ਼ਿਆਦਾ ਤਾਂ ਮਹਿੰਗਾਈ ਹੀ ਖਾ ਜਾਂਦੀ ਹੈ, ਤੇ ਗਵਰਨਮੈਂਟ ਇਹ ਗੱਲ ਮੰਨਦੀ ਵੀ ਹੈ। ਇਸ ਲਈ ਗਵਰਨਮੈਂਟ ਕਹਿੰਦੀ ਹੈ ਕਿ ਤੁਸੀਂ ਜਿੰਨਾ ਵੀ ਪ੍ਰੋਫਿਟ ਕਮਾਓਗੇ ਉਹਨੂੰ ਇਨਫਲੇਸ਼ਨ ਦੇ ਨਾਲ ਐਡਜਸਟ ਕਰਨ ਤੋਂ ਬਾਅਦ ਜੋ ਪ੍ਰੋਫਿਟ ਹੋਏਗਾ ਸਿਰਫ ਉਸ ਤੇ ਹੀ ਤੁਹਾਨੂੰ ਟੈਕਸ ਦੇਣਾ ਪਏਗਾ। ਚਲੋ ਇੱਕ ਐਗਜ਼ਾਮਪਲ ਨਾਲ ਸਮਝਦੇ ਹਾਂ। ਮੰਨ ਲਓ ਕਿ 2015 ਦੇ ਵਿੱਚ ਤੁਸੀਂ 1 ਲੱਖ ਰੁਪਏ ਦੇ ਡੈਟ ਫੰਡਸ ਖਰੀਦਦੇ ਹੋ ਤੇ 2021 ਦੇ ਵਿੱਚ ਉਹਨਾਂ ਨੂੰ 2 ਲੱਖ ਰੁਪਏ ਦੇ ਵੇਚ ਦਿੰਦੇ ਹੋ। ਹੁਣ ਜੇ ਆਪਾਂ ਲੌਂਗ ਟਰਮ ਕੈਪੀਟਲ ਗੇਨ ਦੇਖੀਏ, ਵਿਦਆਊਟ ਇੰਡੈਕਸ਼ਨ 1 ਲੱਖ ਰੁਪਏ ਦਾ ਤੁਹਾਨੂੰ 20% 20,000 ਰੁਪਏ ਪੇ ਕਰਨਾ ਪਏਗਾ। ਪਰ ਗਵਰਨਮੈਂਟ ਦੇ ਅਕੋਰਡਿੰਗ 2015 ਤੋਂ ਲੈ ਕੇ 2021 ਤੱਕ ਉਸ 1 ਲੱਖ ਦੀ ਵੈਲਿਊ 1,30,000 ਰੁਪਏ ਹੋ ਗਈ ਹੈ, ਤੇ ਗਵਰਨਮੈਂਟ ਇਹ ਡਾਟਾ ਆਪਣੀ ਵੈਬਸਾਈਟ ਤੇ ਪ੍ਰੋਵਾਈਡ ਵੀ ਕਰਦੀ ਹੈ। ਹੁਣ ਤੁਸੀਂ ਐਕਚੁਅਲ ਦੇ ਵਿੱਚ ਦੇਖੋਗੇ ਤਾਂ 1,30,000 ਜੇ ਅਸੀਂ 2 ਲੱਖ ਦੇ ਵਿੱਚੋਂ ਕੱਢ ਦਿੰਦੇ ਹਾਂ ਤਾਂ ਸਾਡਾ ਸਿਰਫ 70,000 ਰੁਪਏ ਦਾ ਪ੍ਰੋਫਿਟ ਹੋਇਆ, ਤੇ 20% ਦੇ ਹਿਸਾਬ ਨਾਲ ਅਸੀਂ ਸਿਰਫ 14,000 ਰੁਪਏ ਲੌਂਗ ਟਰਮ ਕੈਪੀਟਲ ਗੇਨ ਪੇ ਕਰਨਾ ਹੈ। ਸੋ ਇੰਡੈਕਸੇਸ਼ਨ ਦੇ ਚੱਲਦੇ ਹੋਏ ਸਾਡਾ 6,000 ਰੁਪਏ ਦਾ ਫਾਇਦਾ ਹੋ ਜਾਂਦਾ ਹੈ। ਇਹ ਇੰਡੈਕਸੇਸ਼ਨ ਬੈਨੀਫਿਟ ਤੁਹਾਨੂੰ ਰੀਅਲ ਸਟੇਟ ਤੇ ਗੋਲਡ ਦੇ ਵਿੱਚ ਵੀ ਮਿਲਦੇ ਨੇ। ਹੁਣ ਵੇਖਦੇ ਹਾਂ ਕਿ ਟਰੇਡਰਸ ਦੇ ਲਈ ਟੈਕਸੇਸ਼ਨ ਸਿਸਟਮ ਕਿਵੇਂ ਕੰਮ ਕਰਦਾ ਹੈ। ਜੇਕਰ ਤੁਸੀਂ ਇੰਟਰਾਡੇ ਟ੍ਰੇਡਿੰਗ ਕਰਦੇ ਹੋ ਤਾਂ ਉਸ ਤੋਂ ਹੋਏ ਪ੍ਰੋਫਿਟ ਨੂੰ ਸਪੈਕੂਲੇਟਿਵ ਕਿਹਾ ਜਾਂਦਾ ਹੈ, ਪਰ ਜੇਕਰ ਤੁਸੀਂ ਫਿਊਚਰ ਜਾਂ ਆਪਸ਼ਨ ਟ੍ਰੇਡਿੰਗ ਕਰਦੇ ਹੋ ਤਾਂ ਉਸ ਤੋਂ ਹੋਏ ਪ੍ਰੋਫਿਟ ਨੂੰ ਨਾਨ ਸਪੈਕੂਲੇਟਿਵ ਕਿਹਾ ਜਾਂਦਾ ਹੈ। ਬਟ ਇਹਦਾ ਟੈਕਸੇਸ਼ਨ ਨਾਲ ਕੀ ਫਰਕ ਪਏਗਾ? ਥੋੜਾ ਕੰਪਲਿਕੇਟਡ ਰਹੇਗਾ, ਬਟ ਜੇ ਧਿਆਨ ਨਾਲ ਸੁਣੋਗੇ ਤਾਂ ਸਮਝਿਆ ਜਾ ਸਕਦਾ ਹੈ। ਜੇਕਰ ਤੁਹਾਨੂੰ 1 ਸਾਲ ਦੇ ਵਿੱਚ 1 ਸਾਲ ਦਾ ਸਪੈਕੂਲੇਟਿਵ ਲਾਸ ਯਾਨੀ ਕਿ ਇੰਟਰਾਡੇ ਟ੍ਰੇਡਿੰਗ ਦੇ ਵਿੱਚੋਂ 1 ਲੱਖ ਰੁਪਏ ਦਾ ਲਾਸ ਹੁੰਦਾ ਹੈ, ਤੇ ਉਸੇ ਹੀ ਸਾਲ ਤੁਹਾਨੂੰ 1 ਲੱਖ ਰੁਪਏ ਦਾ ਨਾਨ ਸਪੈਕੂਲੇਟਿਵ ਪ੍ਰੋਫਿਟ ਯਾਨੀ ਕਿ ਆਪਸ਼ਨ ਜਾਂ ਫਿਰ ਫਿਊਚਰ ਦੇ ਵਿੱਚ 1 ਲੱਖ ਰੁਪਏ ਦਾ ਪ੍ਰੋਫਿਟ ਗੇਨ ਮਿਲਦਾ ਹੈ, ਤਾਂ ਇਹ ਦੋਨੋਂ ਆਪਸ ਦੇ ਵਿੱਚ ਕੈਂਸਲ ਨਹੀਂ ਕੀਤੇ ਜਾ ਸਕਦੇ। ਜੇਕਰ ਇਸ ਨੂੰ ਇੱਕ ਐਗਜ਼ਾਮਪਲ ਦੇ ਹਿਸਾਬ ਨਾਲ ਦੇਖੀਏ ਤਾਂ ਤੁਹਾਡੀ ਜੋ ਸੈਲਰੀ ਉਹ 5 ਲੱਖ ਰੁਪਏ ਹੈ, ਤੁਹਾਡਾ ਸਪੈਕੂਲੇਟਿਵ ਲਾਸ ਹੈ 1 ਲੱਖ ਰੁਪਏ, ਤੇ ਤੁਹਾਡਾ ਨਾਨ ਸਪੈਕੂਲੇਟਿਵ ਗੇਨ ਹੈ 1 ਲੱਖ ਰੁਪਏ। ਹੁਣ ਜੋ ਤੁਸੀਂ ਟੋਟਲ ਟੈਕਸ ਪੇ ਕਰੋਗੇ ਉਹ 5 ਲੱਖ ਸੈਲਰੀ ਪਲੱਸ 1 ਲੱਖ ਰੁਪਏ ਨਾਨ ਸਪੈਕੂਲੇਟਿਵ ਗੇਨਸ, ਜੋ ਕਿ ਟੋਟਲ 6 ਲੱਖ ਰੁਪਏ ਤੇ ਟੈਕਸ ਪੇ ਕਰੋਗੇ। ਬਟ ਜੇ ਇਹੀ ਸਿਚੁਏਸ਼ਨ ਰਿਵਰਸ ਹੋ ਜਾਂਦੀ ਹੈ, ਮੰਨ ਲਓ ਕਿ ਤੁਹਾਡੀ ਸੈਲਰੀ 5 ਲੱਖ ਰੁਪਏ ਹੈ, ਤੁਹਾਡਾ ਸਪੈਕੂਲੇਟਿਵ ਗੇਨ ਹੈ 1 ਲੱਖ ਰੁਪਏ ਤੇ ਨਾਨ ਸਪੈਕੂਲੇਟਿਵ ਲਾਸ ਹੈ 1 ਲੱਖ ਰੁਪਏ। ਹੁਣ ਜੋ ਤੁਸੀਂ ਟੋਟਲ ਟੈਕਸ ਪੇ ਕਰੋਗੇ ਉਹ ਸਿਰਫ 5 ਲੱਖ ਰੁਪਏ ਤੇ ਪੇ ਕਰੋਗੇ, ਨਾ ਕਿ 6 ਲੱਖ ਰੁਪਏ ਤੇ, ਕਿਉਂਕਿ ਨਾਨ ਸਪੈਕੂਲੇਟਿਵ ਟੈਕਸਸ ਸਪੈਕੂਲੇਟਿਵ ਟੈਕਸਸ ਨੂੰ ਆਫਸੈਟ ਕਰ ਸਕਦੇ ਨੇ, ਬਟ ਇਸ ਦਾ ਉਲਟਾ ਨਹੀਂ ਕੀਤਾ ਜਾ ਸਕਦਾ। ਜੇਕਰ ਤੁਹਾਨੂੰ ਸਪੈਕੂਲੇਟਿਵ ਲਾਸ ਹੁੰਦਾ ਹੈ ਤਾਂ ਤੁਸੀਂ ਉਸ ਨੂੰ ਅੱਗੇ 4 ਸਾਲ ਤੱਕ ਕੈਰੀ ਫਾਰਵਰਡ ਕਰ ਸਕਦੇ ਹੋ। ਮੰਨ ਲਓ ਤੁਹਾਨੂੰ ਪਹਿਲੇ ਸਾਲ 1 ਲੱਖ ਰੁਪਏ ਦਾ ਸਪੈਕੂਲੇਟਿਵ ਲਾਸ ਹੁੰਦਾ ਹੈ ਤੇ ਦੂਸਰੇ ਸਾਲ 1.5 ਲੱਖ ਰੁਪਏ ਦਾ ਸਪੈਕੂਲੇਟਿਵ ਪ੍ਰੋਫਿਟ ਹੁੰਦਾ ਹੈ, ਤਾਂ ਤੁਸੀਂ ਉਸ ਨੂੰ ਆਪਣੇ ਪਿਛਲੇ 1 ਸਾਲ ਦੇ ਸਪੈਕੂਲੇਟਿਵ ਲਾਸ ਦੇ ਨਾਲ ਐਡਜਸਟ ਕਰ ਸਕਦੇ ਹੋ। ਹੁਣ ਜੋ ਤੁਸੀਂ ਟੋਟਲ ਟੈਕਸ ਪੇ ਕਰੋਗੇ ਉਹ ਸਿਰਫ 50,000 ਰੁਪਏ ਤੇ ਹੀ ਟੈਕਸ ਪੇ ਕਰੋਗੇ।
ਆਈ ਨੋ ਕਿ ਇਹ ਲਾਸਟ ਵਾਲਾ ਪਾਰਟ ਥੋੜਾ ਜਿਹਾ ਕੰਪਲਿਕੇਟਡ ਹੋ ਗਿਆ, ਬਟ ਜੇ ਇਸੇ ਵੀਡੀਓ ਨੂੰ ਤੁਸੀਂ ਦੁਬਾਰਾ ਦੇਖੋਗੇ ਤੁਹਾਡੇ ਬਹੁਤ ਸਾਰੇ ਡਾਊਟ ਕਲੀਅਰ ਹੋ ਜਾਣਗੇ। ਸੋ ਇਹ ਸੀ ਕਿ ਸ਼ੇਅਰ ਮਾਰਕੀਟ ਦੇ ਵਿੱਚ ਟੈਕਸੇਸ਼ਨ ਸਿਸਟਮ ਕਿਵੇਂ ਕੰਮ ਕਰਦਾ। ਜੇਕਰ ਤੁਸੀਂ ਕੁਝ ਹੋਰ ਜਾਣਨਾ ਚਾਹੁੰਦੇ ਹੋ ਤਾਂ ਸਾਨੂੰ ਨੀਚੇ ਕਮੈਂਟ ਦੇ ਵਿੱਚ ਲਿਖ ਸਕਦੇ ਹੋ। ਆਈ ਹੋਪ ਕਿ ਇਹ ਵੀਡੀਓ ਤੁਹਾਨੂੰ ਕਿਫਾਇਤੀ ਬਣਨ ਦੇ ਵਿੱਚ ਹੈਲਪ ਕਰੇਗੀ ਤੇ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਬਸਕ੍ਰਾਈਬ ਕਰ ਸਕਦੇ ਹੋ ਬੀ ਕਿਫਾਇਤੀ ਹੁਣ ਪੰਜਾਬੀ 'ਚ।